ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਕਿਉਂਕਿ ਪੰਜਾਬ ਦੇ ਵਿੱਚੋਂ ਬਾਹਰ ਹਾਂ ਕੁਛ ਕੁ ਦਿਨ ਦੇ ਲਈ, ਇਸ ਕਰਕੇ ਪਹਿਲਾਂ ਸੋਚਿਆ ਕਿ ਖਬਰ ਦੀ ਖਬਰ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ। ਪਰ ਫਿਰ ਮਨ ਦੇ ਵਿੱਚ ਇਹ ਗੱਲ ਆਈ ਕਿ ਜਿਹੜੇ ਵੀ ਹਾਲਾਤ ਦੇ ਵਿੱਚ ਹੋਈਏ, ਜਿਵੇਂ ਵੀ ਹੋਈਏ, ਜਿੱਥੇ ਵੀ ਹੋਈਏ, ਖਬਰਾਂ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਆ। ਸਾਡਾ ਧਰਮ ਵੀ ਆ, ਸਾਡਾ ਫਰਜ਼ ਆ, ਸਾਡੀ ਜ਼ਿੰਮੇਵਾਰੀ ਹੈ। ਇਹ ਪਹਿਲ ਦੇ ਆਧਾਰ ਦੇ ਉੱਤੇ ਨਿਭਾਉਣੀ ਚਾਹੀਦੀ ਹੈ। ਇਸ ਕਰਕੇ ਗੁਸਤਾਖੀ ਦੇ ਲਈ ਅਗਾਊਂ ਹੀ ਮਾਫੀ ਜੇਕਰ ਤੁਹਾਨੂੰ ਲਾਈਟਿੰਗ ਦੇ ਵਿੱਚ ਕੋਈ ਸਮੱਸਿਆ ਲੱਗੇ ਜਾਂ ਕੋਈ ਆਵਾਜ਼ ਦੇ ਵਿੱਚ ਲੱਗੇ, ਕਿਉਂਕਿ ਅਸੀਂ ਸਟੂਡੀਓ ਦੇ ਵਿੱਚੋਂ ਬਾਹਰ ਨਿਕਲ ਕੇ ਇਸ ਵਕਤ ਇਹ ਰਿਕਾਰਡਿੰਗ ਕਰ ਰਹੇ ਹਾਂ। ਖਬਰਾਂ ਬਹੁਤ ਵੱਡੀਆਂ ਨੇ ਪੰਜਾਬ ਦੀਆਂ, ਪਰ ਉਸ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਮੌਸਮ ਪਿਛਲੇ 24 ਘੰਟਿਆਂ ਦੇ ਵਿੱਚ ਸਾਫ਼ ਰਿਹਾ। ਪੰਜਾਬ ਦੇ ਵਿੱਚ ਕਣੀਆਂ ਦੀ ਖਬਰ ਕੋਈ ਨਹੀਂ। ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਨਹੀਂ। ਸੋ ਇਹ ਇੱਕ ਚੰਗੀ ਗੱਲ ਵੀ ਹੈ, ਕਿਉਂਕਿ ਮੰਡੀਆਂ ਦੇ ਵਿੱਚ ਝੋਨੇ ਦੇ ਢੇਰ ਲੱਗੇ ਹੋਏ ਆ ਅਤੇ ਜੇ ਕਿਤੇ ਮੀਂਹ ਕਣੀ ਆਉਂਦੀ ਹੈ ਤਾਂ ਕਿਸਾਨਾਂ ਦੀਆਂ ਉਮੀਦਾਂ ਦਾ ਵਡਾਂਗਾ ਫੇਰ ਹੋ ਜਾਂਦਾ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਪਹਿਲਾਂ ਵੀ ਕਿਸਾਨ ਝੰਬੇ ਪਏ ਆ। ਪਹਿਲੀ ਜਿਹੜੀ ਵੱਡੀ ਖਬਰ ਆ ਉਹ ਹੈਗੀ ਆ ਭਾਜਪਾ ਦੇ ਉਸ ਨਾਅਰੇ ਦੇ ਨਾਲ ਜਿਹੜਾ ਕਿ ਉਹਨਾਂ ਨੇ ਕੱਲ੍ਹ ਦਿੱਤਾ। ਇਸ ਨਾਅਰੇ ਦਾ ਨਾਂ ਹੈਗਾ ਭਾਜਪਾ ਪੰਜਾਬ ਦੇ ਲੋਕਾਂ ਦੇ ਨਾਲ, ਭਾਜਪਾ ਦੇ ਨਾਲ ਪੰਜਾਬ ਦਾ ਹਾਲ, ਜਾਂ ਕੁਝ ਵੀ ਕਹਿ ਲਈਏ। ਉਹਨਾਂ ਦੇ ਨਾਅਰੇ ਦੀ ਇੱਕ ਸਤਰ ਆ ਜਿਹੜੀ ਕਿ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਪੈਰ ਪੱਕੇ ਕਰਨ ਦੇ ਲਈ ਵਰਤੀ ਗਈ ਹੈ, ਜਾਂ ਆਪਾਂ ਇਹ ਗੱਲ ਕਹਿ ਦਈਏ ਕਿ ਉਹਨਾਂ ਨੇ ਆਪਣੀ ਮੁਹਿੰਮ ਚੋਣਾਂ ਦੀ ਜਿਹੜੀ ਸ਼ੁਰੂ ਕਰ ਦਿੱਤੀ ਹੈ। ਪਰ ਉਸ ਤੋਂ ਪਹਿਲਾਂ ਪੰਜਾਬ ਦੇ ਵਿਕਾਸ ਦੀ ਇੱਕ ਬਹੁਤ ਵੱਡੀ ਉਦਾਹਰਨ ਸਾਂਝੀ ਕਰਨੀ ਚਾਹੁੰਦੇ ਹਾਂ। ਪੰਜਾਬ ਦੀਆਂ ਸੜਕਾਂ ਬੰਦੇ ਖਾਣੀਆਂ ਬਣ ਚੁੱਕੀਆਂ, ਆਪਾਂ ਜਾਣਦੇ ਹਾਂ। ਪੰਜਾਬ ਦੀਆਂ ਸੜਕਾਂ 'ਤੇ ਮੌਤ ਨੰਗਾ ਨਾਚ ਨੱਚਦੀ ਆਪਾਂ ਜਾਣਦੇ ਹਾਂ। ਪੰਜਾਬ ਦੀ ਕਿਹੜੀ ਐਸੀ ਸੜਕ ਆ ਜਿੱਥੇ ਗੋਡੇ ਗੋਡੇ ਗਿੱਟੇ ਗਿੱਟੇ ਜਾਂ ਲੱਕ ਲੱਕ ਤੱਕ ਟੋਏ ਨਹੀਂ। ਅਤੇ ਪੰਜਾਬ ਦੇ ਵਿੱਚ ਉੱਦਾਂ ਕਹਿਣ ਨੂੰ ਤਾਂ ਹੈ ਕਿ ਮਖਮਲੀ ਸੜਕਾਂ ਬਣਾ ਦਿੱਤੀਆਂ। ਪੰਜਾਬ ਦੇ ਵਿੱਚ ਅਸੀਂ ਬੰਬ ਸੁੱਟ ਦਈਏ, ਸੜਕਾਂ ਟੁੱਟਦੀਆਂ ਨਹੀਂ। ਪੰਜਾਬ ਦੇ ਵਿੱਚ ਅਸੀਂ ਆਹ ਕਰ ਦਿੱਤਾ, ਪੰਜਾਬ ਦੇ ਵਿੱਚ ਅਸੀਂ ਉਹ ਕਰ ਦਿੱਤਾ। ਪਰ ਕੱਲ੍ਹ 2 ਬੱਚੀਆਂ ਦੀ ਜ਼ਿੰਦਗੀ ਬੜੀ ਮੁਸ਼ਕਿਲ ਦੇ ਨਾਲ ਬਚੀ ਹੈ। ਲੁਧਿਆਣੇ ਦੇ ਦੀਪਨਗਰ ਇਲਾਕੇ ਦੇ ਵਿੱਚ ਕੁੜੀਆਂ ਸਕੂਟਰੀ ਦੇ ਉੱਤੇ ਸਕੂਲ ਦੇ ਵੱਲ ਜਾ ਰਹੀਆਂ, ਸਕੂਲੀ ਬੱਚੀਆਂ। ਅਚਾਨਕ ਸੜਕ ਧੱਸ ਜਾਂਦੀ ਹੈ। 9 ਫੁੱਟ ਚੌੜਾ ਅਤੇ 5 ਤੋਂ ਲੈ ਕੇ 6 ਫੁੱਟ ਡੂੰਘਾ ਟੋਆ ਬਣ ਜਾਂਦਾ। ਉਹਦੇ ਵਿੱਚ ਡਿੱਗ ਪੈਂਦੀਆਂ ਸਕੂਟਰੀ ਦੇ ਸਮੇਤ, ਅਤੇ ਆਲੇ ਦੁਆਲੇ ਦੇ ਲੋਕਾਂ ਨੇ ਪੌੜੀ ਲਾ ਕੇ ਉਸ ਟੋਏ ਦੇ ਵਿੱਚ ਉਹਨਾਂ ਦੋਵਾਂ ਬੱਚੀਆਂ ਨੂੰ ਬਾਹਰ ਕੱਢਿਆ। ਉਹਨਾਂ ਬੱਚੀਆਂ ਦੇ ਸੱਟਾਂ ਵੀ ਲੱਗੀਆਂ। ਇਹ ਪੰਜਾਬ ਦੇ ਵਿਕਾਸ ਦੀ ਇੱਕ ਮੂੰਹ ਬੋਲਦੀ ਤਸਵੀਰ ਹੈ। ਇਹ ਸਿਰਫ ਇੱਕ ਤਸਵੀਰ ਆ, ਬਹੁਤ ਸਾਰੀਆਂ ਤਸਵੀਰਾਂ ਇਹੋ ਜਿਹੀਆਂ ਹੋਰ ਵੀ ਆਉਂਦੀਆਂ। ਪਿਛਲੇ ਐਤਵਾਰ ਦੀ ਗੱਲ ਹੈ, ਜਦੋਂ ਹੈਬੋਵਾਲ ਦੇ ਵੱਲ ਇੱਕ ਕਾਰ ਆ ਜਿਹੜੀ ਉਹ ਬਹੁਤ ਡੂੰਘੇ ਟੋਏ ਦੇ ਵਿੱਚ, ਜਿਹੜੀ ਕਿ ਵੈਸੇ ਸੜਕ ਸੀ ਪਰ ਇੱਕਦਮ ਸੜਕ ਧੱਸ ਗਈ, ਉਹਦੇ ਵਿੱਚ ਫਸ ਗਈ ਕਾਰ ਦਾ ਕਾਫੀ ਨੁਕਸਾਨ ਹੋਇਆ। ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਚਲੋ ਇਹ ਚੰਗੀ ਗੱਲ ਹੈ। ਜੇ ਅਸੀਂ ਪਿਛਲੇ ਵਰੇ ਦੀ ਗੱਲ ਕਰਦੇ ਹਾਂ, ਇਸੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਫੋਰਚੂਨਰ ਗੱਡੀ ਜਿਹੜੀ ਉਹ ਡਿੱਗ ਪਈ ਸੀ ਸੜਕ ਦੇ ਵਿਚਾਲੇ। ਉਹ ਇਉਂ ਡਿੱਗੀ ਜਿਵੇਂ ਕੋਈ ਵਿਚਾਲੇ ਬਹੁਤ ਵੱਡਾ ਟੋਆ ਜਾਣਬੁੱਝ ਕੇ ਪੱਟਿਆ ਗਿਆ ਹੋਵੇ। ਮਤਲਬ ਇਹ ਹੈ ਕਿ ਜਿਹੜੀਆਂ ਕੰਪਨੀਆਂ ਜਾਂ ਜਿਹੜੇ ਠੇਕੇਦਾਰ ਇਹ ਜ਼ਿੰਮੇਵਾਰੀ ਨਿਭਾਉਂਦੇ ਆ, ਨੋਟ ਗਿਣ ਕੇ ਉਹ ਤਾਂ ਜੇਬ 'ਚ ਪਾ ਲੈਂਦੇ ਗੁਲਾਬੀ ਰੰਗ ਦੇ, ਪਰ ਲੋਕ ਮਰਦੇ ਆ, ਮਰਨ ਬਚਦੇ ਆ, ਬਚਣ, ਲੱਤਾਂ ਟੁੱਟਦੀਆਂ ਟੁੱਟਣ, ਜ਼ਿੰਦਗੀ ਖਤਮ ਹੁੰਦੀ ਆ ਹੋ ਜਾਵੇ, ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਪਰਵਾਹ ਨਹੀਂ। ਕਹਿੰਦੇ ਆ ਵੀ ਜਿਹੜਾ ਕੱਲ੍ਹ ਹਾਦਸਾ ਵਾਪਰਿਆ, ਜਿਹੜਾ ਕੁੜੀਆਂ ਡਿੱਗੀਆਂ ਟੋਏ ਦੇ ਵਿੱਚ, ਆਖੇ ਜੀ ਉੱਥੇ ਸੜਕ ਦੇ ਵਿੱਚ ਪਾਈ ਹੋਈ ਜਿਹੜੀ ਪਾਈਪ ਆ ਪਾਣੀ ਦੀ, ਉਹਦੇ ਵਿੱਚੋਂ ਪਾਣੀ ਰਿਸਣ ਲੱਗ ਪਿਆ। ਉਹ ਪਾਈਪ ਟੁੱਟ ਗਈ ਕਿਸੇ ਕਾਰਨ ਦੇ ਕਰਕੇ। ਕਹਿੰਦੇ ਵੀ ਉੱਥੇ ਸਿੱਲ ਬੜੀ ਚੜ੍ਹ ਗਈ, ਧਰਤੀ ਗਿੱਲੀ ਹੋ ਗਈ, ਜਿਹਦੇ ਕਰਕੇ ਧੜਮ ਕਰਕੇ ਉੱਥੇ ਟੋਆ ਬਣ ਗਿਆ। ਪਤਾ ਹੀ ਨਹੀਂ ਸੀ ਕਿਸੇ ਨੂੰ ਇੱਦਾਂ ਕੁਝ ਹੋ ਸਕਦਾ। ਉੱਤੋਂ ਹੀ ਯਾਨੀ ਕਿ ਸੜਕ ਚੰਗੀ ਹੈ, ਵਿੱਚੋਂ ਸਾਰਾ ਕੁਝ ਖੋਖਲਾ ਜਿਵੇਂ ਪੁਲ ਬਣਾਇਆ ਹੁੰਦਾ। ਇਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਹੀਂ ਤਾਂ ਹੋਰ ਕੀ ਹੈ। ਜਨਾਬ ਚੰਨੀ ਸਾਹਿਬ ਨੂੰ ਇੱਕ ਬੇਨਤੀ ਹੈ, ਮਹੀਨੇ ਭਾਵੇਂ ਤੁਹਾਡੇ ਕੋਲੇ 2 ਆ, ਭਾਵੇਂ 2.5 ਆ, ਭਾਵੇਂ 3 ਆ, ਅਤੇ ਭਾਵੇਂ ਅਗਲੇ 5 ਸਾਲ ਹੋਣ, ਲੋਕਾਂ ਦੀ ਜ਼ਿੰਦਗੀ ਦਾ ਮਜ਼ਾਕ ਨਹੀਂ ਬਣਨਾ ਚਾਹੀਦਾ। ਜਿਹੜੇ ਵੀ ਇੱਥੋਂ ਦੇ ਅਧਿਕਾਰੀ ਆ, ਜਿਹੜੇ ਲੋਕ ਇਹੋ ਜਿਹੀਆਂ ਅਣਗਹਿਲੀਆਂ ਵਰਤਦੇ ਆ, ਉਹਨਾਂ ਨੂੰ ਪੁੱਠੇ ਟੰਗਣਾ ਚਾਹੀਦਾ, ਤਾਂ ਜੋ ਭਵਿੱਖ ਦੇ ਵਿੱਚ ਕੋਈ ਇੱਦਾਂ ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਾ ਕਰੇ। ਜਿਹੜੀ ਪਹਿਲੀ ਵੱਡੀ ਖਬਰ ਆਪਾਂ ਜਿਵੇਂ ਮੁੱਢ ਦੇ ਵਿੱਚ ਗੱਲ ਕੀਤੀ ਆ, ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਚੋਣ ਜਿੱਤਣ ਦੀ ਕੋਸ਼ਿਸ਼ ਦੇ ਨਾਲ ਸੰਬੰਧਿਤ ਲੰਘੇ ਕੱਲ੍ਹ ਗਜੇਂਦਰ ਸਿੰਘ ਸ਼ੇਖਾਵਤ, ਦੁਸ਼ਯੰਤ ਗੌਤਮ ਅਤੇ ਬੀਜੇਪੀ ਦੇ ਕਈ ਹੋਰ ਸੀਨੀਅਰ ਨੇਤਾਵਾਂ ਨੇ ਇਹ ਗੱਲ ਕਹੀ ਹੈ ਕਿ ਤਲੀ ਦੇ ਉੱਤੇ ਸਰੋਂ ਜਮਾ ਕੇ ਦਿਖਾਵਾਂਗੇ, 117 ਸੀਟਾਂ ਦੇ ਉੱਤੇ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ। ਤੇ ਇਹ ਵੀ ਗੱਲ ਕਹੀ ਗਈ ਹੈ ਗਜੇਂਦਰ ਸਿੰਘ ਸ਼ੇਖਾਵਤ ਹੋਰਾਂ ਦੇ ਵੱਲੋਂ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਵੀ ਤਿਆਰ ਹਾਂ। ਮਤਲਬ ਇਹ ਆ ਵੀ ਹੁਣ 117 ਸੀਟਾਂ ਦੇ ਉੱਤੇ ਚੋਣ ਲੜਨ ਦੇ ਲਈ ਬੀਜੇਪੀ ਦੇ ਵੱਲੋਂ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ, ਮੁਹੱਲਿਆਂ ਦੇ ਵਿੱਚ ਵੜਨ ਦੇ ਲਈ ਪਿੰਡਾਂ ਦੇ ਬਾਹਰ ਜਿਹੜੇ ਬੋਰਡ ਲੱਗੇ ਆ ਫਿਰਨਗਾਂ ਦੇ ਉੱਤੇ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਕਿ ਸਾਡੇ ਪਿੰਡ ਵਿੱਚ ਕਿਸੇ ਵੀ ਨੇਤਾ ਦਾ ਵੜਨਾ ਸਖਤ ਤੋਂ ਵੀ ਸਖਤ ਮਨਾ ਹੈ, ਉਹਨੂੰ ਹਟਵਾਉਣ ਦੇ ਲਈ ਹੁਣ ਬੀਜੇਪੀ ਬੇਸ਼ੱਕ ਕੈਪਟਨ ਦੇ ਨਾਲ ਗੱਠਜੋੜ ਕਰ ਲਵੇ, ਬੇਸ਼ੱਕ ਵਿਚਕਾਰਲਾ ਕੋਈ ਹੋਰ ਰਾਹ ਲੱਭੇ, ਪਰ ਇਹ ਆਉਣ ਵਾਲਾ ਵਕਤ ਬਿਆਨ ਕਰੂਗਾ ਕਿ ਇਹ ਸਾਰੀਆਂ ਤਰਕੀਬਾਂ ਉਹਨਾਂ ਨੂੰ ਕਿੰਨੀਆਂ ਕੁ ਮਾਫਕ ਬੈਠਦੀਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਬੀਜੇਪੀ ਨੇ ਆਪਣਾ ਚੋਣ ਮੈਦਾਨ ਫਤਿਹ ਕਰਨ ਦੇ ਲਈ, ਆਪਦੀ ਸਰਕਾਰ ਬਣਾਉਣ ਦੇ ਲਈ, CM ਬਣਾਉਣ ਦੇ ਲਈ ਚੰਗਾ
ਪ੍ਰਦਰਸ਼ਨ ਕਰਨ ਦੇ ਲਈ ਕਿਹੜੇ-ਕਿਹੜੇ ਉਪਰਾਲੇ ਕਰਨ ਦੀ ਗੱਲ ਕੀਤੀ ਹੈ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਬੀਜੇਪੀ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਚੋਣਾਂ ਦਾ ਡੰਕਾ ਵਜਾ ਦਿੱਤਾ ਹੈ। ਇਹਦੇ ਲਈ ਪਾਰਟੀ ਨੇ ਨਵਾਂ ਪੰਜਾਬ ਭਾਜਪਾ ਦੇ ਨਾਲ ਦਾ ਨਾਰਾ ਦਿੱਤਾ ਹੈ। ਚੰਡੀਗੜ੍ਹ ਪਹੁੰਚੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਅਗਵਾਈ ਦੇ ਵਿੱਚ ਭਾਜਪਾ ਨੇਤਾਵਾਂ ਨੇ ਇਹਦਾ ਪੋਸਟਰ ਜਾਰੀ ਕੀਤਾ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕਰਨ ਤੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਕੇਂਦਰ ਸਰਕਾਰ ਦੇ ਤਿਆਰ ਹੋਣ ਦੀ ਗੱਲਬਾਤ ਕਹੀ ਹੈ। ਉਹਨਾਂ ਇਹ ਵੀ ਗੱਲ ਆਖੀ ਹੈ ਕਿ ਕਿਸਾਨ ਕਿਸੇ ਵੀ ਤਰ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਣ ਤੇ ਉਹ ਬੈਠ ਕੇ ਗੱਲਬਾਤ ਕਰਨ ਦੇ ਲਈ ਤਿਆਰ ਰਹਿਣ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ 117 ਸੀਟਾਂ ਦੇ ਉੱਤੇ ਹੀ ਚੋਣ ਲੜੇਗੀ। ਅਗਲੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਕਮਲ ਦਾ ਫੁੱਲ ਬੀਜੇਪੀ ਖਿੜਾ ਕੇ ਇਤਿਹਾਸ ਰਚੇਗੀ। ਕੈਪਟਨ ਅਮਰਿੰਦਰ ਸਿੰਘ ਨਾਲ ਸਮਝੌਤੇ ਤੇ ਸ਼ੇਖਾਵਤ ਨੇ ਕਿਹਾ ਕਿ ਜੋ ਵੀ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਨੇ ਉਹ ਉਹਨਾਂ ਦੇ ਮਕਸਦ ਨੂੰ ਪੂਰਾ ਕਰਨ ਦੇ ਵਿੱਚ ਨਾਲ ਨੇ ਤੇ ਉਹ ਬਾਹਾਂ ਫੈਲਾ ਕੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਵੀ ਤਿਆਰ ਨੇ। ਬੀਜੇਪੀ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਸ ਤਰੀਕੇ ਦਾ ਪ੍ਰਦਰਸ਼ਨ ਕਰਨ ਦੀ ਗੱਲ ਧਾਰੀ ਹੈ, ਇਹ ਕਿਹੋ ਜਿਹਾ ਪ੍ਰਦਰਸ਼ਨ ਹੁੰਦਾ ਵਕਤ ਬਿਆਨ ਕਰੇਗਾ। ਪਰ ਕਿਸਾਨ ਅੰਦੋਲਨ ਦੀ ਚੁਣੌਤੀ ਦੇ ਉੱਤੇ ਸ਼ੇਖਾਵਤ ਨੇ ਕਿਹਾ ਕਿ ਕੁਝ ਲੋਕ ਨਿੱਜੀ ਸਵਾਰਥ ਤੇ ਰਾਜਨੀਤਿਕ ਮਹੱਤਤਾ ਦੇ ਲਈ ਕਿਸਾਨਾਂ ਦੇ ਮੋਢੇ ਦੇ ਉੱਤੇ ਬੰਦੂਕ ਰੱਖ ਕੇ ਚਲਾ ਰਹੇ ਨੇ। ਕਿਸਾਨਾਂ ਦੇ ਫਾਇਦੇ ਵਾਸਤੇ ਕੇਂਦਰ ਸਰਕਾਰ ਨੇ ਇਹ ਕਦਮ ਚੁੱਕਿਆ। ਜ਼ਮੀਨੀ ਸੁਧਾਰ, ਉਪਜ ਵਧਾਉਣ ਤੇ ਉਹਨਾਂ ਦੀ ਆਮਦਨ ਦੇ ਵੱਖ-ਵੱਖ ਸਾਧਨ ਬਣਾਉਣ ਦੇ ਉੱਤੇ ਜ਼ੋਰ ਦਿੱਤਾ। ਇਹਦੇ ਨਾਲ ਬਹੁਤੇ ਕਿਸਾਨ ਖੁਸ਼ ਨੇ, ਫਿਰ ਵੀ ਉਹ ਨਹੀਂ ਚਾਹੁੰਦੇ ਕਿ ਇੱਕ ਵੀ ਅੰਨਦਾਤਾ ਨਾਰਾਜ਼ ਹੋਵੇ। ਇਹਦੇ ਲਈ ਸਰਕਾਰ ਨੇ ਗੱਲਬਾਤ ਦੇ ਦਰਵਾਜ਼ੇ ਖੋਲ੍ਹੇ ਹੋਏ ਨੇ। ਕੇਂਦਰ ਸਰਕਾਰ ਵੀ ਚਾਹੁੰਦੀ ਹੈ ਕਿ ਇਸ ਦਾ ਜਲਦੀ ਹੱਲ ਨਿਕਲੇ। ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦੀ ਚੁਣੌਤੀ ਦੇ ਉੱਤੇ ਉਹਨਾਂ ਨੇ ਕਿਹਾ ਕਿ ਉਮੀਦ ਹੈ ਕਿਸਾਨ ਆਪਣੇ ਹਿੱਤ ਦੀ ਗੱਲ ਨੂੰ ਸਮਝਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਫੈਲੇ ਡਰੱਗ ਮਾਫੀਆ ਰਾਜ ਤੇ ਭ੍ਰਿਸ਼ਟਾਚਾਰ ਨੂੰ ਭਾਜਪਾ ਹੀ ਖਤਮ ਕਰ ਸਕਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਗੱਲਾਂ ਦੇ ਕਈ ਹੋਰ ਪੜੋਲ ਬੰਨੇ ਨੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਿੱਖਾਂ ਦੇ ਲਈ ਬੀਜੇਪੀ ਦੇ ਵੱਲੋਂ ਹੁਣ ਤੱਕ ਬਹੁਤ ਸਾਰੇ ਨਿੱਘਰ ਉਪਰਾਲੇ ਕੀਤੇ ਗਏ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਬੀਜੇਪੀ ਦੇ ਨਾਲ ਕਿਸਾਨ ਦਿਲੀ ਤੌਰ ਦੇ ਉੱਤੇ ਖਾਸ ਕਰਕੇ ਪੰਜਾਬ ਤੇ ਯੂਪੀ ਦੇ ਹੁਣ ਕਿੰਨੇ ਕੁ ਜੁੜੇ ਆ, ਇਹਦੇ ਬਾਬਤ ਆਪਾਂ ਸਾਰਾ ਕੁਝ ਜਾਣਦੇ ਹਾਂ। ਕਿਸੇ ਨੂੰ ਕੁਝ ਦੱਸਣ ਦੀ ਤੇ ਕਿਸੇ ਤੋਂ ਕੁਝ ਪੁੱਛਣ ਦੀ ਜ਼ਰੂਰਤ ਨਹੀਂ ਹੈ। ਪਰ ਇਹ ਵੀ ਗੱਲ ਚਿੱਟੇ ਦਿਨ ਵਾਂਗੂ ਸਾਫ਼ ਹੈ ਕਿ ਅੱਜ ਜਿਹੜਾ ਵੀ ਵਿਅਕਤੀ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਆਗੂ ਕਿਉਂ ਨਾ ਹੋਵੇ, ਜੇਕਰ ਉਹ ਕਿਸਾਨੀ ਮਸਲਾ ਹੱਲ ਕਰਵਾ ਦਿੰਦਾ ਤੇ ਕਿਸਾਨਾਂ ਦੀ ਇੱਛਾ, ਕਿਸਾਨਾਂ ਦੀ ਸੋਚ ਦੇ ਮੁਤਾਬਕ ਹੀ ਹੱਲ ਕਰਵਾ ਦਿੰਦਾ ਤਾਂ ਕਿਸਾਨ ਉਹਦੇ ਦਿਲੀ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਨਗੇ। ਕਿਸਾਨਾਂ ਨੂੰ ਇਹ ਨਹੀਂ ਕਿ ਭਾਈ ਅਸੀਂ ਫਲਾਣੇ ਦੇ ਕਹੇ ਦੇ ਉੱਤੇ ਤਾਂ ਮਸਲਾ ਹੱਲ ਕਰਨ ਵਾਸਤੇ ਬਣਨਾ ਨਹੀਂ, ਫਲਾਣਾ ਕਹੂਗਾ ਅਸੀਂ ਤਾਂ ਹੀ ਮੰਨਾਂਗੇ। ਵੋਟਾਂ ਪਾਉਣੀਆਂ ਨਾ ਪਾਉਣੀਆਂ ਇਹ 2022 ਦੇ ਫਰਵਰੀ ਮਹੀਨੇ ਦੀ ਗੱਲ ਹੈ, ਪਰ ਕਿਸਾਨ ਮਸਲਾ ਪਹਿਲ ਦੇ ਆਧਾਰ ਦੇ ਉੱਤੇ ਹੁਣੇ ਹੀ ਹੱਲ ਹੋ ਜੇ, ਇਹ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਦਿਲੀ ਚਾਹਨਾ ਤੇ ਆਸ ਕਰਦੇ ਹਾਂ ਕਿ ਇਹ ਚਾਹਨਾ ਭਾਵੇਂ ਸਿਆਸੀ ਸਵਾਰਥ ਦੇ ਕਰਕੇ ਹੀ ਰਾਜਨੀਤਿਕ ਲੋਕ ਪੂਰੀ ਕਰਨ, ਇਹ ਹੋਏਗੀ ਜ਼ਰੂਰ ਤੇ ਕਰਨੀ ਵੀ ਚਾਹੀਦੀ ਹੈ। ਦੂਜੀ ਗੱਲ ਇਹ ਹੈ ਕਿ ਭਾਜਪਾ ਦੇ ਨਾਲ ਸਾਰਾ ਪੰਜਾਬ, ਇਹ ਇੱਕ ਨਾਅਰਾ ਜਿਹੜਾ ਦਿੱਤਾ ਹੋਇਆ, ਇਹ ਨਾਅਰਾ ਆਉਂਦੇ ਸਮੇਂ ਦੇ ਵਿੱਚ ਸੱਚੀ ਮੁੱਚੀ ਕਿਹੋ ਜਿਹਾ ਰੰਗ ਦਿਖਾਉਂਦਾ, ਇਹ ਵਕਤ ਨੇ ਬਿਆਨ ਕਰਨਾ। ਇਹ ਵਕਤ ਦੇ ਗਰਭ ਦੇ ਵਿੱਚ ਲੁਕੀ ਹੋਈ ਗੱਲ ਹੈ। ਪਰ ਬੀਜੇਪੀ ਨੇ ਪੰਜਾਬ ਦੇ ਸਿੱਖਾਂ ਦੇ ਲਈ ਕੰਮ ਕੀਤੇ, ਇਹ ਗੱਲ ਬੀਜੇਪੀ ਦੇ ਵੱਲੋਂ ਇੱਕ ਕਿਤਾਬਚੇ ਦੇ ਰੂਪ ਦੇ ਵਿੱਚ ਵੀ ਪ੍ਰਚਾਰੀ ਗਈ ਹੈ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਸੱਜਣ ਕੁਮਾਰ ਵਰਗਿਆਂ ਨੂੰ ਟੰਗਿਆ। ਇਹ ਗੱਲ ਕਹੀ ਜਾ ਰਹੀ ਹੈ ਕਿ ਫਲਾਣੀਆਂ ਸ਼ਖਸੀਅਤਾਂ, ਫਲਾਣੇ ਲੋਕਾਂ ਦੀ ਇੰਨੀ ਲੰਮੀ ਜਿਹੜੀ ਕਾਲੀ ਸੂਚੀ ਹੈ, ਉਹਦੇ ਵਿੱਚੋਂ ਕਾਲੀ ਸੂਚੀ ਦੇ ਵਿੱਚੋਂ ਨਾਂ ਕੱਢ ਦਿੱਤੇ ਆ। ਉਹ ਕਹਿੰਦੇ ਜੀ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ, ਗੁਰੂ ਸਾਹਿਬਾਨ ਦੇ ਵੱਖ-ਵੱਖ ਦਿਹਾੜੇ ਆ ਜਿਹੜੇ, ਉਹਨਾਂ ਨੂੰ ਅਸੀਂ ਬਹੁਤ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ। ਪਰ ਇਸ ਸਭ ਕੁਝ ਦੇ ਬਾਵਜੂਦ ਮਸਲੇ ਹੋਰ ਵੀ ਬਹੁਤ ਸਾਰੇ ਆ। ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਉਹ ਹਾਲੇ ਤੱਕ ਬੰਦ ਪਿਆ, ਲੰਮੇ ਸਮੇਂ ਤੋਂ ਬੰਦ ਪਿਆ। ਆਪਾਂ ਜਾਣਦੇ ਹਾਂ ਵੀ ਦੁਨੀਆ ਭਰ ਦੇ ਵਿੱਚ ਸਾਰੇ ਕਾਰੋਬਾਰ ਖੁੱਲ੍ਹ ਗਏ, ਹਰ ਥਾਂ ਖੁੱਲ੍ਹ ਗਈ, ਪਰ ਉਹ ਕਿਹੜੇ ਕਾਰਨ ਜਿਹਦੇ ਕਰਕੇ ਹਾਲੇ ਤੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੁੱਲ੍ਹਿਆ? ਉੱਤਰ ਇਹਦਾ ਇਹ ਮਿਲਦਾ ਕਿ ਪਾਕਿਸਤਾਨ ਦੀ ਸਰਕਾਰ ਹਾਲੇ ਇਜਾਜ਼ਤ ਨਹੀਂ ਦਿੰਦੀ ਕਰੋਨਾ ਮਹਾਮਾਰੀ ਦੇ ਕਰਕੇ। ਪਰ ਬਹੁਤ ਸਾਰੀਆਂ ਵਿੱਚੋਂ ਟੈਕਨੀਕਲ ਗੱਲਾਂ ਵੀ ਹੈ ਜਿਹਦੇ ਕਰਕੇ ਲੋਕਾਂ ਦੇ ਵੱਡੇ ਹਿੱਸੇ ਦਾ ਮੰਨਣਾ ਵੀ ਇਸ ਕਰਕੇ ਇਹ ਸਾਡੀ ਬਾਂਹ ਨੂੰ ਮਰੋੜਨ ਦੀ ਕੋਸ਼ਿਸ਼ ਕਰ ਰਹੇ, ਜਿਹੜੀ ਕਿ ਮਾੜੀ ਗੱਲ ਹੈ। ਉਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜੀ ਵੀ ਪਾਰਟੀ ਬੀਜੇਪੀ ਦੇ ਨਾਲ ਗੱਠਜੋੜ ਕਰਨਾ ਚਾਹੁੰਦੀ ਹੋਵੇ, ਇਹ ਉਹਦੀ ਨਿੱਜੀ ਤੌਰ ਤੇ ਇੱਛਾ ਹੋ ਸਕਦੀ ਹੈ, ਉਹਦੇ ਸਵਾਰਥ ਦੀ, ਉਹਦੇ ਗਾਉਣ ਦੀ ਗੱਲ ਹੋ ਸਕਦੀ ਹੈ। ਪਰ ਜਿੰਨੀ ਦੇਰ ਤੱਕ ਉਹ ਸੰਬੰਧਿਤ ਪਾਰਟੀ ਪੰਜਾਬ ਦੀ ਕਿਸਾਨੀ, ਦੇਸ਼ ਦੀ ਕਿਸਾਨੀ ਦਾ ਮਸਲਾ ਹੱਲ ਕਰਨ ਜਾਂ ਕਰਵਾਉਣ ਦੇ ਵਿੱਚ ਯੋਗਦਾਨ ਨਹੀਂ ਪਾਊਗੀ, ਉਨੀ ਦੇਰ ਤੱਕ ਉਸ ਪਾਰਟੀ ਨੂੰ ਵੀ ਕਿਸਾਨਾਂ ਨੇ ਨੇੜੇ ਨਹੀਂ ਟੁੱਕਣ ਦੇਣਾ, ਇਹ ਗੱਲ ਪੱਕੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਇਕੱਲੇ ਤੌਰ ਦੇ ਉੱਤੇ ਕੋਈ ਆਧਾਰ ਨਹੀਂ, ਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਪਾਰਟੀ ਬਣਾਉਣੀ ਹੈ, ਇਕੱਲੇ ਤੌਰ ਦੇ ਉੱਤੇ ਪਿੜ ਪੱਲੇ ਉਹਨਾਂ ਦੇ ਵੀ ਕੁਝ ਨਹੀਂ ਪੈਣਾ। ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਜਿਹੜਾ ਅਕਾਲੀ ਦਲ ਡੈਮੋਕ੍ਰੇਟਿਕ ਆ, ਇਕੱਲੇ ਤੌਰ ਦੇ ਉੱਤੇ 117 ਸੀਟਾਂ ਦੇ ਉੱਤੇ ਉਹਨਾਂ ਦੇ ਪਿੜ ਪੱਲੇ ਵੀ ਕੁਝ ਨਹੀਂ ਪੈਣਾ। ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਧਿਰਾਂ ਛੋਟੀਆਂ ਵੱਡੀਆਂ ਇਕੱਠੀਆਂ ਹੋਣਗੀਆਂ। ਇਹ ਗੱਲ ਕੰਧ ਦੇ ਉੱਤੇ ਲਿਖੀ ਪੜ੍ਹ ਲੈਣੀ ਚਾਹੀਦੀ ਹੈ। ਪਰ ਇਹ ਵੀ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਚੁਣੌਤੀਆਂ ਦਾ ਪਹਾੜ ਬਹੁਤ ਵੱਡਾ। ਕੈਪਟਨ ਅਮਰਿੰਦਰ ਸਿੰਘ ਇਸ ਗੱਲੋਂ ਅੰਦਰੋਂ ਅੰਦਰੀ ਬਾਗੋ ਬਾਗ ਆ ਕਿ ਅਕਾਲੀ ਦਲ ਨੇ ਹੁਣ ਤੱਕ 75 ਤੋਂ ਵੱਧ ਆਪਣੇ ਉਮੀਦਵਾਰ ਐਲਾਨ ਦਿੱਤੇ ਆ।
ਸੋ ਇਸ ਕਰਕੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੂਗੀ ਕਾਂਗਰਸ ਦੀ, ਉਹ ਜਦੋਂ ਅਕਾਲੀ ਦਲ ਦੇ ਵਿੱਚ ਜਾ ਨਾ ਸਕਣਗੇ, ਕਿਉਂਕਿ ਉੱਥੇ ਉਮੀਦਵਾਰ ਪਹਿਲਾਂ ਲਾਉਂਦੇ ਆ। ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਲੈਣਾ ਨਹੀਂ, ਹੋਰ ਕੋਈ ਪਾਰਟੀ ਹੈ ਨਹੀਂ, ਤੇ ਉਹ ਫਿਰ ਮੇਰੇ ਵੱਲ ਆਉਣਗੇ ਤੇ ਮੇਰੀ ਪਾਰਟੀ ਦਾ ਗੱਠਜੋੜ ਬੀਜੇਪੀ ਦੇ ਨਾਲ ਹੋਊਗਾ ਤੇ ਸਾਡਾ ਦੋਵਾਂ ਦਾ ਮਸਲਾ ਹੱਲ ਹੋ ਸਕਦਾ ਹੈ। ਕੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਕਿਸਾਨੀ ਮਸਲਾ ਹੱਲ ਕਰਵਾ ਕੇ ਆਪਣੇ ਪੈਰ ਪੱਕੇ ਕਰ ਸਕਣਗੇ? ਕੀ ਕੈਪਟਨ ਅਮਰਿੰਦਰ ਸਿੰਘ ਦੇ ਮੋਢੇ ਨੂੰ ਵਰਤ ਕੇ ਬੀਜੇਪੀ ਪੰਜਾਬ ਦੇ ਵਿੱਚ ਕੁਝ ਚੰਗਾ ਪ੍ਰਦਰਸ਼ਨ ਕਰ ਸਕੂਗੀ? ਜੇਕਰ ਅੱਜ ਮੰਨ ਲਓ ਕਿਸਾਨੀ ਮਸਲਾ ਹੱਲ ਹੋ ਵੀ ਜਾਂਦਾ, ਕਿਸੇ ਵੀ ਮੋੜ ਦੇ ਉੱਤੇ ਹੁੰਦਾ, ਮੰਨ ਲਓ ਤਿੰਨੇ ਕਾਨੂੰਨ ਰੱਦ ਹੁੰਦੇ ਆ ਜਾਂ ਕੋਈ ਵਿਚਕਾਰਲੀ ਗੱਲ ਨਿਕਲਦੀ ਹੈ, ਤਾਂ ਕੀ ਕਿਸਾਨ ਇਸ ਗੱਲ ਨੂੰ ਭੁੱਲ ਜਾਣਗੇ ਕਿ 2 ਮਹੀਨੇ ਪਹਿਲਾਂ ਹੀ ਸਾਡੇ ਨਾਲ ਆਹ ਕੁਝ ਹੋਇਆ ਤੇ 11 ਮਹੀਨੇ, 11.5 ਮਹੀਨੇ ਤੱਕ ਅਸੀਂ ਬਾਰਡਰਾਂ ਦੇ ਉੱਤੇ ਬੈਠੇ ਰਹੇ ਹਾਂ, ਸਾਡੇ 700 ਦੇ ਕਰੀਬ ਭੈਣਾਂ ਵੀਰ ਜਹਾਨੋਂ ਕੂਚ ਕਰ ਗਏ ਆ? ਕੀ ਕਿਸਾਨ ਇੰਨੀ ਛੇਤੀ ਇਹ ਗੱਲ ਨੂੰ ਭੁੱਲ ਜਾਣਗੇ? ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨੀ ਹੈ, ਇਹ ਕਿਸਾਨਾਂ ਦੀ, ਵੋਟਰਾਂ ਦੀ ਸੋਚ ਨੇ ਗੱਲ ਬਿਆਨ ਕਰਨੀ ਹੈ। ਪਰ ਇਹ ਵੀ ਗੱਲ ਰਾਜਨੀਤਿਕ ਮਾਹਰ ਕਹਿੰਦੇ ਆ ਕਿ ਬੀਜੇਪੀ ਪੰਜਾਬ ਨੂੰ ਫਤਿਹ ਜ਼ਰੂਰ ਕਰਨਾ ਚਾਹੁੰਦੀ ਹੈ, ਪਰ ਪੰਜਾਬ ਤੋਂ ਪਹਿਲਾਂ ਯੂਪੀ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਆ। ਉਹਨਾਂ ਨੂੰ ਇਹ ਆ ਵੀ ਪੰਜਾਬ ਦੇ ਵਿੱਚ ਜੇਕਰ ਨਹੀਂ ਵੀ ਜਿੱਤ ਨਸੀਬ ਹੁੰਦੀ, ਪਰ ਅਸੀਂ ਪੱਛਮੀ ਯੂਪੀ ਦੇ ਵਿੱਚ ਇੱਕ ਵਾਰ ਫੇਰ ਪ੍ਰਭਾਵ ਦਾ ਪੱਕਾ ਕਰਗੇ, ਯੂਪੀ ਨੂੰ ਫਤਿਹ ਕਰ ਲਿਆ, ਸਮਝ ਲਓ ਪੂਰਾ ਭਾਰਤ ਜਿੱਤ ਲਿਆ। ਉਹਨਾਂ ਦਾ ਨਜ਼ਰੀਆ ਤੇ ਨਜ਼ਰ ਇਹ ਆ। ਸੋ ਵਕਤ ਬਿਆਨ ਕਰੂਗਾ ਕੀ ਬਣਦਾ, ਪਰ ਪੰਜਾਬ ਦੇ ਰਾਜਨੀਤਿਕ ਹਾਲਾਤ ਹਾਲ ਦੀ ਘੜੀ ਧੁੰਦਲੇ ਆ। ਇਹ ਕੈਪਟਨ ਦੇ ਕਰਕੇ, ਬੀਜੇਪੀ ਦੇ ਨੇਤਾਵਾਂ ਕਰਕੇ, ਹੋਰ ਵੱਖ-ਵੱਖ ਪਾਰਟੀਆਂ ਦੇ ਕਰਕੇ ਕਿੰਨੇ ਕੁ ਚਾਨਣ ਮੁਨਾਰੇ ਸਾਬਤ ਹੁੰਦੇ ਆ, ਚਾਨਣਮਈ ਹੁੰਦੇ ਆ। ਇਸ ਸਮੇਂ ਨੇ ਸਾਰਾ ਕੁਝ ਆਉਣ ਵਾਲੇ ਵੇਲੇ ਦੇ ਵਿੱਚ ਬਿਆਨ ਕਰ ਦੇਣਾ। ਲੰਘੇ ਕੱਲ ਇੱਕ ਹੋਰ ਕਹਿਰ ਦੀ ਘਟਨਾ ਵਾਪਰੀ ਹੈ। ਦਰਅਸਲ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਦੀਆਂ 5 ਬਜ਼ੁਰਗ ਮਾਤਾਵਾਂ ਦੇ ਉੱਤੇ ਟਰੱਕ ਚਾੜ੍ਹ ਦਿੱਤਾ ਗਿਆ। ਉਸ ਵੇਲੇ ਜਦੋਂ ਉਹ ਟਿੱਕਰੀ ਦੇ ਨੇੜੇ ਹੀ ਸਥਾਨ ਦੇ ਉੱਤੇ ਤੇ ਆਟੋ ਦੀ ਉਡੀਕ ਕਰ ਰਹੀਆਂ ਸੀ, ਉਹਨਾਂ ਨੇ ਆਪਦੇ ਪਿੰਡ ਨੂੰ ਵਾਪਸ ਮੁੜਨਾ ਸੀ। ਇਹਨਾਂ 5 ਦੇ ਵਿੱਚੋਂ 3 ਬੀਬੀਆਂ ਦੀ, ਮਾਤਾਵਾਂ ਦੀ ਮੌਤ ਹੋ ਚੁੱਕੀ ਹੈ। 2 ਬੀਬੀਆਂ ਪਤਾ ਲੱਗਾ ਜੀ ਕਿ ਇਸ ਵਕਤ ਹਸਪਤਾਲ ਦੇ ਵਿੱਚ ਕਾਫੀ ਗੰਭੀਰ ਹਾਲਤ ਦੇ ਵਿੱਚ ਦਾਖਲ ਕਰਵਾਈਆਂ ਗਈਆਂ। ਹੁਣ ਇਸ ਮਾਮਲੇ ਦੇ ਉੱਤੇ ਰਾਜਨੀਤੀ ਵੀ ਪੱਖੀ ਹੈ ਤੇ ਬੀਜੇਪੀ ਨੂੰ ਘੇਰਾ ਇੱਕ ਵਾਰ ਫੇਰ ਪੈਣਾ ਸ਼ੁਰੂ ਹੋ ਗਿਆ। ਬੀਜੇਪੀ ਦੇ ਆਗੂਆਂ ਦਾ ਇਹ ਕਹਿਣਾ ਜੀ ਕਿ ਸਾਡਾ ਕੀ ਕਸੂਰ ਆ ਜੇਕਰ ਕਿਸੇ ਦੇ ਟਰੱਕ ਦਾ ਸੰਤੁਲਨ ਵਿਗੜ ਗਿਆ ਤਾਂ। ਪਰ ਲੋਕਾਂ ਦੇ ਵੱਡੇ ਹਿੱਸੇ ਦਾ ਇਹ ਕਹਿਣਾ ਕਿ ਇਹ ਔਰਤਾਂ, ਇਹ ਬਜ਼ੁਰਗ, ਇਹ ਮਾਤਾਵਾਂ, ਇਹ ਭੈਣਾਂ, ਇਹ ਨੌਜਵਾਨ, ਇਹ ਵੀਰ ਬੈਠੇ ਕਿਹੜੇ ਕਾਰਨ ਕਰਕੇ ਆ, ਕਿਹਨੇ ਇਹਨਾਂ ਨੂੰ ਬੈਠਣ ਵਾਸਤੇ ਮਜਬੂਰ ਕੀਤਾ? ਉਹਨਾਂ ਕਾਰਨਾਂ ਦੀ ਤਫਸੀਲ ਦੇ ਵਿੱਚ ਵੀ ਜਾਗੇ ਤਾਂ ਤੁਹਾਡਾ ਨਾਂ ਹਰ ਥਾਂ ਦੇ ਉੱਤੇ ਵੱਜਦਾ। ਆਪਾਂ ਜਾਣਦੇ ਕਿ ਲਖੀਮਪੁਰ ਖੀਰੀ ਵਾਲਾ ਕਾਂਡ ਹਾਲੇ ਮੁੱਕਿਆ ਨਹੀਂ। ਕਹਿਣ ਦਾ ਭਾਵ ਹੈ ਕਿ ਹਾਲੇ ਵੀ ਉਹ ਚੇਤੇ ਦੇ ਵਿੱਚ ਗੂੰਜਦਾ, ਹਾਲੇ ਵੀ ਅੱਖਾਂ ਦੇ ਮੂਹਰੇ ਫਿਲਮੀ ਦ੍ਰਿਸ਼ ਵਾਂਗੂ ਉਹ ਸਾਰਾ ਕੁਝ ਨਿਕਲਦਾ ਵੀ ਕਿਵੇਂ ਥਾਰ ਗੱਡੀ ਨੇ ਕਿਸਾਨ ਦਰੜੇ ਆ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੀੜਿਆਂ ਮਕੌੜਿਆਂ ਵਾਂਗੂ ਰੋਲ ਕੇ ਮਾਰ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਹਾਲੇ ਤੱਕ ਪਤਾ ਨਹੀਂ ਕਿਹੜੇ ਮੋੜ ਹਾਲੇ ਹੋਰ ਸਾਹਮਣੇ ਆਉਣੇ ਆ। ਜਿੰਨੇ ਕੁ ਆਏ ਆ ਉਹ ਸੰਤੁਸ਼ਟੀਜਨਕ ਨਾ ਆਮ ਲੋਕਾਂ ਦੇ ਲਈ ਗੱਲਾਂ, ਤੇ ਨਾ ਹੀ ਉਹਨਾਂ ਗੱਲਾਂ ਤੇ ਸੰਤੁਸ਼ਟੀ ਹਾਲੇ ਤੱਕ ਪਤਾ ਲੱਗਾ ਵੀ ਸੁਪਰੀਮ ਕੋਰਟ ਨੇ ਜ਼ਾਹਰ ਕੀਤੀ ਹੈ। ਵਾਰ-ਵਾਰ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੂੰ ਸੁਪਰੀਮ ਕੋਰਟ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਤੁਹਾਡੀਆਂ ਗੱਲਾਂ ਤੇ, ਤੁਹਾਡੀਆਂ ਕਹਿਣੀਆਂ ਦੇ ਉੱਤੇ ਤਸੱਲੀ ਨਹੀਂ ਹੁੰਦੀਗੀ, ਤੁਹਾਨੂੰ ਇਸ ਮਾਮਲੇ ਦੇ ਉੱਤੇ ਬਣਦੀ ਸਰਦੀ ਹਾਲੇ ਹੋਰ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ। ਜੋ ਕੁਝ ਲੰਘੇ ਕੱਲ ਵਾਪਰਿਆ, 3 ਮਾਤਾਵਾਂ ਨੂੰ ਮਾਰ ਦਿੱਤਾ ਗਿਆ। ਇਸ ਮਾਮਲੇ ਦੇ ਉੱਤੇ ਅਰਵਿੰਦ ਕੇਜਰੀਵਾਲ ਨੇ ਗੱਲ ਕਹੀ ਹੈ ਕਿ ਜਿਹੜੇ ਲੋਕਾਂ ਦੇ ਕਰਕੇ ਇਹ ਕਿਸਾਨ ਬੈਠੇ ਆ ਤੇ ਜਿਹੜੇ ਮਸਲੇ ਦੇ ਕਰਕੇ ਬੈਠੇ ਆ, ਉਸ ਮਸਲੇ ਨੂੰ ਹੱਲ ਕਰਨਾ ਚਾਹੀਦਾ, ਕਿਉਂਕਿ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਇਹਨਾਂ ਨੂੰ ਬੈਠਣ ਵਾਸਤੇ ਉੱਥੇ ਮਜਬੂਰ ਕੀਤਾ ਗਿਆ। ਦੂਜੇ ਪਾਸੇ ਰਾਹੁਲ ਗਾਂਧੀ ਦੇ ਵੱਲੋਂ ਵੀ ਗੱਲ ਕਹੀ ਗਈ ਹੈ ਕਿ ਦੇਸ਼ ਦੀਆਂ ਅੰਨਦਾਤਾ ਨੂੰ ਇਸ ਤਰੀਕੇ ਨਾਲ ਵਾਰ-ਵਾਰ ਦਰੜਨਾ ਇਹ ਬਹੁਤ ਹੀ ਨਮੋਸ਼ੀਜਨਕ ਹੈ ਤੇ ਮੇਰੀ ਹਮਦਰਦੀ ਉਹਨਾਂ ਦੇ ਨਾਲ ਆ ਤੇ ਬਹੁਤ ਹੀ ਸ਼ਰਮਨਾਕ ਵੀ ਗੱਲ ਹੈਗੀ ਆ। ਹੋਰ ਵੀ ਵੱਖ-ਵੱਖ ਰਾਜਨੀਤਿਕ ਆਗੂ ਇਸ ਤਰੀਕੇ ਦੇ ਬਿਆਨ ਦਿੰਦੇ ਹੋਏ ਸਾਹਮਣੇ ਆਏ ਆ। ਪਰ ਸਵਾਲ ਇਹ ਪੈਦਾ ਹੁੰਦਾ ਕਿ ਕਿੰਨੀ ਦੇਰ ਤੱਕ ਇਹ ਸਾਰਾ ਕੁਝ ਹੁੰਦਾ ਰਹੂ? ਕਦੇ ਕੋਈ ਨੇਤਾ ਉੱਠ ਕੇ ਗੱਲ ਕਹਿ ਦਿੰਦਾ ਕਿਸਮਤ ਦੇ ਵਿੱਚ ਲਿਖਿਆ ਹੀ ਐਂ ਸੀ, ਬਾਰਡਰ ਦੇ ਉੱਤੇ ਬੈਠਿਆਂ ਦੀ ਮੌਤ ਹੋ ਗਈ ਦਿਲ ਦੇ ਦੌਰੇ ਦੇ ਨਾਲ, ਇਹ ਘਰੇ ਵੀ ਮੰਜੇ ਤੇ ਬੈਠੇ ਹੁੰਦੇ ਤਾਂ ਵੀ ਦਿਲ ਦਾ ਦੌਰਾ ਪੈ ਸਕਦਾ ਸੀ, ਇਹ ਤਾਂ ਲਿਖੀ ਇਉਂ ਸੀ ਤੇ ਫਿਰ ਅਸੀਂ ਕਿਉਂ ਮੰਨੀਏ ਕਿ ਸ਼ਹੀਦ ਆ, ਅਸੀਂ ਕਿਉਂ ਮੰਨੀਏ ਕਿ ਅੰਦੋਲਨ ਦੇ ਲਈ ਜਾਨ ਦਿੱਤੀ ਹੈ। ਮਤਲਬ ਇਹ ਹੈ ਵੀ ਜਿੰਨਾ ਨਹੀਂ ਮੰਨਣਾ ਉਹ ਹਾਲ ਦੀ ਘੜੀ ਇਹੋ ਜਿਹੀਆਂ ਗੱਲਾਂ ਕਰਕੇ ਫੋੜਾ ਛਿੱਲਣ ਦਾ ਕੰਮ ਕਰਦੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਲੰਘੇ ਕੱਲ੍ਹ ਜਿਸ ਤਰੀਕੇ ਦੇ ਨਾਲ ਟਿੱਕਰੀ ਬਾਰਡਰ ਦੇ ਕੋਲ ਦਰਦਨਾਕ ਹਾਦਸਾ ਵਾਪਰਿਆ, ਉਸ ਮਾਮਲੇ ਦੇ ਵਿੱਚ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਪਰ ਪੁਲਿਸ ਦੇ ਵੱਲੋਂ ਉਸ ਦਾ ਹਾਦਸੇ ਦਾ ਕਾਰਨ ਬਣਿਆ ਇਹ ਟਰੱਕ ਜ਼ਬਤ ਕਰ ਲਿਆ ਗਿਆ। ਇਸ ਗੱਲ ਦੇ ਉੱਤੇ ਇਹ ਵੀ ਦੱਸਣਾ ਬਣਦਾ ਹੈ ਕਿ ਕਿਸਾਨ ਨੇਤਾਵਾਂ ਨੇ ਕਿਹਾ ਕਿ ਹਾਦਸੇ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ। ਇਸ ਲਈ ਜਦੋਂ ਤੱਕ ਮੁਲਜ਼ਮ ਟਰੱਕ ਡਰਾਈਵਰ ਗ੍ਰਿਫਤਾਰ ਨਹੀਂ ਹੋ ਜਾਂਦਾ, ਉਸ ਦੀ ਬੈਕਗਰਾਊਂਡ ਦਾ ਪਤਾ ਨਹੀਂ ਲੱਗਦਾ, ਉਦੋਂ ਤੱਕ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ। ਕਿਸਾਨ ਨੇਤਾਵਾਂ ਨੇ ਮ੍ਰਿਤਕ ਔਰਤਾਂ ਦਾ ਕਿਸਾਨੀ ਕਰਜ਼ਾ ਮਾਫ ਕਰਨ, 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਤੇ ਟੱਬਰ ਦੇ ਇੱਕ ਵਿਅਕਤੀ ਨੂੰ ਨੌਕਰੀ ਦੇਣ ਦੀ, ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ ਹੈ ਤੇ ਭਰੋਸਾ ਦਿਵਾਇਆ ਪੁਲਿਸ ਨੇ ਕਿ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦਰਅਸਲ ਦਿੱਲੀ ਦੇ ਟਿੱਕਰੀ ਬਾਰਡਰ ਦੇ ਉੱਤੇ ਪਕੌੜਾ ਚੌਂਕ ਦੇ ਵਿੱਚ ਲੰਘੇ ਕੱਲ ਸਵੇਰੇ ਕਿਸਾਨ ਅੰਦੋਲਨ ਤੋਂ ਘਰ ਪਰਤਣ ਦੇ ਲਈ ਆਟੋ ਰਿਕਸ਼ੇ ਦੀ ਉਡੀਕ ਕਰ ਰਹੀਆਂ 5 ਔਰਤਾਂ ਨੂੰ ਤੇਜ਼ ਰਫ਼ਤਾਰ ਟਿੱਪਰ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ,
ਜਿਹਦੇ ਕਰਕੇ 3 ਔਰਤਾਂ ਦੀ ਮੌਤ ਹੋ ਗਈ ਤੇ 2 ਔਰਤਾਂ ਗੰਭੀਰ ਜ਼ਖਮੀ ਹੋਈਆਂ ਨੇ। ਇਹ ਸਾਰੀਆਂ ਔਰਤਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਵਾਲੇ ਦੀਆਂ ਨੇ। ਇਹ ਕਈ ਦਿਨਾਂ ਤੋਂ ਦਿੱਲੀ ਦੇ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈਣ ਵਾਸਤੇ ਗਈਆਂ ਹੋਈਆਂ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ, ਮ੍ਰਿਤਕ ਔਰਤਾਂ ਦੇ ਵਿੱਚ ਅਮਰਜੀਤ ਕੌਰ ਉਮਰ 58 ਸਾਲ, ਗੁਰਮੇਲ ਕੌਰ 60 ਸਾਲ ਤੇ ਸ਼ਿੰਦਰ ਕੌਰ 61 ਸਾਲ ਸ਼ਾਮਲ ਨੇ। ਉਹਨਾਂ ਨੇ ਕਿਹਾ ਕਿ ਜ਼ਖਮੀ ਬੀਬੀਆਂ ਦੇ ਵਿੱਚ ਗੁਰਮੇਲ ਕੌਰ ਪਤਨੀ ਮੇਹਰ ਸਿੰਘ, ਹਰਜੀਤ ਕੌਰ ਪਤਨੀ ਗੁਰਤੇਜ ਸਿੰਘ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਬੇਸ਼ੱਕ ਕਿਸੇ ਸਿਆਸੀ ਪਾਰਟੀ ਦੇ ਲਈ ਕਿਸੇ ਇੱਕ ਬੰਦੇ ਦੇ ਜਾਂ 100 ਬੰਦੇ ਦੇ ਜਾਂ 1000 ਬੰਦੇ ਦੇ ਮਰਨ ਦਾ ਕੋਈ ਅਸਰ ਨਾ ਪੈਂਦਾ ਹੋਵੇ, ਪਰ ਜਿਹਦੇ ਘਰ ਦੇ ਵਿੱਚ 70 ਵਿਛਦਾ ਉਹਦੇ ਲਈ ਤਾਂ ਸਾਰੀ ਉਮਰ ਦੀਆਂ ਖੁਸ਼ੀਆਂ ਖਤਮ ਹੋ ਜਾਂਦੀਆਂ। ਜਿਨ੍ਹਾਂ ਨੇ ਦੀਵਾਲੀ ਮਨਾਉਣੀ ਆ ਉਹਨਾਂ ਨੇ ਤਾਂ 100 ਕਿਸਮ ਦੇ ਬਹਾਨੇ ਬਣਾ ਕੇ ਤੇ ਮਨਾ ਲੈਣੀ ਆ ਕਿ ਜੀ ਇਸ ਤਰੀਕੇ ਨਾਲ ਹੋਇਆ ਸੀ, ਇਤਿਹਾਸ ਆ ਗੱਲ ਕਹਿੰਦਾ, ਮਿਥਿਹਾਸ ਆ ਗੱਲ ਕਹਿੰਦਾ। ਪਰ ਜਿਨ੍ਹਾਂ ਦੇ ਘਰ ਦੇ ਵਿੱਚ 70 ਵਿਛਦੇ ਆ, ਜਿੱਥੇ ਸੋਗ ਪਸਰਦਾ, ਉਹਨਾਂ ਦੇ ਘਰ ਦੇ ਵਿੱਚੋਂ ਖੁਸ਼ੀਆਂ ਸਾਰੀ ਉਮਰ ਦੇ ਵਾਸਤੇ ਲੁੱਟੀਆਂ ਪੱਟੀਆਂ ਜਾਂਦੀਆਂ। ਇਹ ਗੱਲ ਸੱਚੀ ਹੈ ਵੀ ਮੌਤ ਹਰ ਕਿਸੇ ਨੂੰ ਆਉਣੀ ਆ, ਮੈਨੂੰ ਵੀ ਆਉਣੀ ਆ, ਸਭ ਨੂੰ ਆਉਣੀ ਆ। ਪਰ ਗੱਲ ਇਹ ਹੈ ਵੀ ਮੌਤ ਦਾ ਕਾਰਨ ਕੀ ਆ। ਜੇਕਰ ਤਪੇ ਹੋਇਆਂ ਨੂੰ ਤੁਸੀਂ ਇਸ ਤਰੀਕੇ ਦੀਆਂ ਗੱਲਾਂ ਕਰ ਕਰਕੇ ਹੋਰ ਤਪਾਓਗੇ ਕਿ ਤੁਹਾਡੀ ਐਂ ਹੋਣਾ ਹੀ ਸੀ, ਇਹ ਤਾਂ ਗਲਤ ਗੱਲ ਤੁਹਾਡੀ ਆ, ਤੁਸੀਂ ਮੰਨਦੇ ਹੀ ਨਹੀਂ, ਤਾਂ ਫਿਰ ਗੁੱਸੇ ਦੀ ਲਹਿਰ ਪ੍ਰਚੰਡ ਹੋਣੀ ਹੋਰ ਵੀ ਕੁਦਰਤੀ ਹੈ। ਦੂਜੀ ਮਹੱਤਵਪੂਰਨ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਇਹਨਾਂ ਮਾਤਾਵਾਂ ਦੀ ਮੌਤ ਹੋਈ ਆ, ਉਸ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇੱਕ ਵਾਰ ਹੋਰ ਸਰਗਰਮ ਹੋਈਆਂ। ਉਹਨਾਂ ਦੇ ਵਿੱਚ ਗੁੱਸੇ ਦਾ ਜਵਾਲਾਮੁਖੀ ਹੋਰ ਫਟਿਆ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਹੁਣ ਅਸੀਂ ਹੋਰ ਵੀ ਤਿੱਖੇ ਰੌਂ ਦੇ ਵਿੱਚ ਬੀਜੇਪੀ ਨੂੰ ਤੇ ਬਾਕੀ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਹਮਖਿਆਲ ਲੋਕ ਆ ਉਹਨਾਂ ਨੂੰ ਘੇਰਾ ਪਾਵਾਂਗੇ। ਸੋ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਯੂਪੀ, ਉੱਤਰਾਖੰਡ ਤੇ ਰਾਜਸਥਾਨ ਸਮੇਤ ਹੋਰ ਥਾਵਾਂ ਦੇ ਉੱਤੇ ਲਗਾਤਾਰ ਕਿਸਾਨ ਸੰਘਰਸ਼ ਅੱਗੇ ਤੋਂ ਅੱਗੇ ਵੱਧ ਰਿਹਾ। ਤੇ ਮੈਂ ਪਿਛਲੇ ਦਿਨੀ ਵੀ ਇਹ ਬੇਨਤੀ ਕੀਤੀ ਸੀ ਕਿ 11 ਮਹੀਨੇ ਹੋ ਗਏ ਆ 26 ਅਕਤੂਬਰ ਨੂੰ, ਹੁਣ 11.25 ਮਹੀਨੇ ਹੋ ਜਾਣੇ ਆ। ਤੇ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ 26 ਨਵੰਬਰ ਨੂੰ ਪੂਰਾ ਇੱਕ ਵਰ੍ਹਾ ਹੋ ਜਾਣਾ, ਕਿਉਂਕਿ 26 ਨਵੰਬਰ 2020 ਨੂੰ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਜਾ ਕੇ ਬੈਠੇ ਸੀ। 1 ਸਾਲ ਅੱਜ ਤੱਕ ਕਿੰਨੇ ਕੁ ਅੰਦੋਲਨ ਚੱਲੇ ਆ ਇਹ ਵੀ ਆਪਾਂ ਜਾਣਦੇ ਆ, ਜਿਹੜੇ ਤਰੀਕੇ ਨਾਲ ਚੱਲੇ ਆ ਇਹਦੇ ਬਾਰੇ ਵੀ ਜਾਣਦੇ ਆ। ਪਰ ਇਸ ਮੋੜ ਦੇ ਉੱਤੇ ਆ ਕੇ ਮੰਗਾਂ ਮੰਨ ਲੈਣੀਆਂ ਚਾਹੀਦੀਆਂ। ਇਹਦੇ ਵਿੱਚ ਕੋਈ ਹੇਠੀ ਵਾਲੀ ਗੱਲ ਨਹੀਂ, ਇਹਦੇ ਵਿੱਚ ਪ੍ਰਾਪਤੀ ਵੀ ਮੰਨੀ ਜਾ ਸਕਦੀ ਸੀ ਜੇਕਰ ਪਹਿਲਾਂ ਹੀ ਮੰਨ ਲਈਆਂ ਜਾਂਦੀਆਂ। ਪਰ ਅੱਜ ਜੇਕਰ ਸਿਆਸੀ ਗਾਉਂ ਦੀ ਖਾਤਰ ਵੀ ਬੀਜੇਪੀ ਮੰਨ ਲੈਂਦੀ ਹੈ ਤਾਂ ਮੇਰਾ ਖਿਆਲ ਹੈ ਵੀ ਕਿਸਾਨ ਆਪਦੇ ਮਨ ਦੇ ਵਿੱਚੋਂ ਸ਼ਾਇਦ ਇਹ ਗੱਲਾਂ ਕੱਢਣ ਜਾਂ ਨਾ ਕੱਢਣੇ ਤਾਂ ਚਲੋ ਬਾਅਦ ਦੀ ਗੱਲ ਹੈ, ਪਰ ਫਿਰ ਵੀ ਰਾਹ ਜ਼ਰੂਰ ਖੁੱਲ੍ਹ ਸਕਦੇ ਆ ਵੀ ਪਿੰਡਾਂ 'ਚ ਵੜ ਸਕਦੇ ਆ, ਫਲਾਣੀ ਥਾਂ 'ਤੇ ਰੈਲੀਆਂ ਕਰ ਸਕਦੇ ਆ, ਨੁੱਕੜ ਮੀਟਿੰਗਾਂ ਹੋ ਸਕਦੀਆਂ ਤੇ ਹੋਰ ਸਰਗਰਮੀਆਂ ਵਿੱਢੀਆਂ ਜਾ ਸਕਦੀਆਂ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਫੇਰ ਆਏ। ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ, ਪਰ ਕਿਸਾਨਾਂ ਦੇ ਤਿੱਖੇ ਸਵਾਲਾਂ ਦੇ ਉੱਤਰ ਕਹਿੰਦੇ ਆ ਕਿ ਉਹਨਾਂ ਦੇ ਵੱਲੋਂ ਤਰਕਸੰਗਤ ਤਰੀਕੇ ਨਾਲ ਦਿੱਤੇ ਨਹੀਂ ਜਾ ਸਕੇ। ਉਹਨਾਂ ਨੇ ਉਸ ਕਿਸਾਨਾਂ ਨੇ ਸਵਾਲ ਕੀਤਾ ਵੀ ਭਾਈ ਤੁਹਾਡੇ ਕੋਲ ਰੋਡ ਮੈਪ ਕੀ ਹੈ? ਤੁਸੀਂ ਕਹਿੰਦੇ ਹੋ ਜੀ ਕਿ ਅਸੀਂ 50,000 ਰੁਪਈਆ ਹੈਕਟੇਅਰ ਆ ਜਿਹੜਾ ਉਹ ਮੁਆਵਜ਼ਾ ਦੇ ਰਹੇ ਹਾਂ ਦਿੱਲੀ ਦੇ ਵਿੱਚ ਜਿਨ੍ਹਾਂ ਦੀਆਂ ਫਸਲਾਂ ਮਾਰੀਆਂ ਗਈਆਂ ਵੱਖ-ਵੱਖ ਕਾਰਨਾਂ ਦੇ ਕਰਕੇ, ਤੇ ਸਾਨੂੰ ਮੌਕਾ ਦਿਓ ਤੇ ਅਸੀਂ ਪੰਜਾਬ ਦੇ ਵਿੱਚ ਵੀ ਇੱਦਾਂ ਕਰ ਦਿਆਂਗੇ। ਕੇਜਰੀਵਾਲ ਹੋਰਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਮੌਕਾ ਮਿਲ ਜਾਂਦਾ ਸਾਨੂੰ ਤਾਂ 30 ਅਪ੍ਰੈਲ ਤੱਕ ਅਸੀਂ ਪੰਜਾਬ ਦੇ ਕਿਸਾਨਾਂ ਦੇ ਮੁਆਵਜ਼ੇ ਵੀ ਜਾਰੀ ਕਰ ਦਿਆਂਗੇ, ਹੋਰ ਵੀ ਬੜਾ ਕੁਝ ਕਰ ਦਿਆਂਗੇ। ਪਰ ਕਿਸਾਨਾਂ ਨੇ ਸਵਾਲ ਇਹ ਕੀਤਾ ਜੀ ਕਿ ਪੈਸਾ ਆਊ ਕਿੱਥੋਂ? ਇਹ ਦੱਸੋ ਜੀ ਕਿ ਫਸਲਾਂ ਦੀ ਖਰੀਦ ਦੀ ਗਰੰਟੀ ਕੀ ਹੈ? 3 ਖੇਤੀ ਕਾਨੂੰਨਾਂ ਬਾਰੇ ਤੁਹਾਡਾ ਨਜ਼ਰੀਆ ਕੀ ਹੈ? ਤੇ ਹੋਰ ਬਹੁਤ ਸਾਰੀਆਂ ਗੱਲਾਂ ਮੁਆਵਜ਼ੇ ਜਾਂ ਹੋਰ ਸਬੰਧਾਂ ਦੇ ਮਾਮਲੇ ਦੇ ਵਿੱਚ ਸੀ। ਪਰ ਕਹਿੰਦੇ ਆ ਕਿ ਕੇਜਰੀਵਾਲ ਸਾਹਿਬ ਇਹਨਾਂ ਗੱਲਾਂ ਦੇ ਉੱਤੇ ਸੰਤੁਸ਼ਟੀਜਨਕ ਉੱਤਰ ਨਹੀਂ ਦੇ ਸਕੇ, ਜਿਹਦੇ ਕਰਕੇ ਕਿਸਾਨ ਉੱਠ ਕੇ ਵੀ ਆ ਗਏ ਆ। ਪਰ ਇਸ ਵੇਲੇ ਪਤਾ ਲੱਗਾ ਜੀ ਕਿ ਭਗਵੰਤ ਮਾਨ ਦੇ ਘਰ ਦੇ ਵਿੱਚ ਵੀ ਕੇਜਰੀਵਾਲ ਸਾਹਿਬ ਗਏ। ਬਹੁਤ ਸਾਰੇ ਉਹਨਾਂ ਦੇ ਵੱਲੋਂ ਹੋਰ ਪ੍ਰੋਗਰਾਮ ਵੀ ਉਲੀਕੇ ਜਾਣ ਦੀ ਗੱਲ ਕੀਤੀ ਗਈ ਹੈ। ਪਰ ਜਿਹੜੀ ਆਨੇ ਵਾਲੀ ਥਾਂ ਦੇ ਉੱਤੇ ਆਉਣ ਵਾਲੀ ਗੱਲ ਹੈ ਉਹ ਇਹ ਹੈ ਕਿ ਉਹ ਮੁੱਖ ਮੰਤਰੀ ਚਿਹਰਾ ਕਿਉਂ ਨਹੀਂ ਐਲਾਨ ਰਹੇ ਜਾਂ ਕਦੋਂ ਐਲਾਨਣਗੇ? ਨਾ ਐਲਾਨਣ ਦੇ ਪਿੱਛੇ ਕਿਹੜੇ ਕਾਰਨ ਹੈ? ਜੇਕਰ ਐਲਾਨਣਾ ਤਾਂ ਫਿਰ ਕਿਹਨੂੰ ਐਲਾਨਣਾ? ਭਗਵੰਤ ਮਾਨ ਨੂੰ ਐਲਾਨਣਾ ਤਾਂ ਹੁਣ ਕਿਉਂ ਨਹੀਂ ਐਲਾਨਿਆ ਗਿਆ? ਤੇ ਜੇਕਰ ਨਹੀਂ ਐਲਾਨਣਾ ਤਾਂ ਹੋਰ ਕਿਹੜਾ ਚਿਹਰਾ ਹੈਗਾ? ਸੋ ਇਹ ਲੋਕਾਂ ਦੇ ਮਨਾਂ ਵਿੱਚ ਸਵਾਲ ਗੂੰਜਦੇ। ਸ਼ਾਇਦ ਆਮ ਆਦਮੀ ਪਾਰਟੀ ਦਾ ਕੇਡਰ ਇਸੇ ਕਰਕੇ ਨਿਰਾਸ਼ਾ ਦੇ ਆਲਮ ਦੇ ਵਿੱਚ ਲਗਾਤਾਰ ਅੱਗੇ ਤੋਂ ਅੱਗੇ ਜਾ ਰਿਹਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਅਰਵਿੰਦ ਕੇਜਰੀਵਾਲ ਮਾਨਸਾ ਦੇ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਪ੍ਰੋਗਰਾਮ ਦੇ ਵਿੱਚ ਰੂਬਰੂ ਹੋਏ। ਇਸ ਮੌਕੇ ਦੇ ਉੱਤੇ ਮੰਚ ਦੇ ਉੱਤੇ ਸੰਸਦ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਜਰਨੈਲ ਸਿੰਘ, ਰਾਘਵ ਚੱਡਾ, ਹਰਪਾਲ ਸਿੰਘ ਚੀਮਾ, ਕੁਲਤਾਰ ਸਿੰਘ ਸੰਧਵਾ ਵੀ ਮੌਜੂਦ ਸਨ ਤੇ ਪ੍ਰੋਫੈਸਰ ਬਲਜਿੰਦਰ ਕੌਰ ਵੀ। ਪ੍ਰੋਗਰਾਮ ਦੀ ਸ਼ੁਰੂਆਤ ਟਿਕਰੀ ਬਾਰਡਰ ਦੇ ਉੱਤੇ ਵਾਪਰੇ ਹਾਦਸੇ ਦੇ ਵਿੱਚ ਸ਼ਹੀਦ ਹੋਈਆਂ ਪਿੰਡ ਖੀਵਾ ਦਿਆਲਪੁਰ ਮਾਨਸਾ ਦੀਆਂ 3 ਬੀਬੀਆਂ ਨੂੰ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਕੇਜਰੀਵਾਲ ਨੇ ਕਿਹਾ ਕਿ 1 ਅਪ੍ਰੈਲ 2021 ਤੋਂ ਬਾਅਦ ਪੰਜਾਬ ਦੇ 20 ਕਿਸਾਨ, ਕਿਰਤੀ ਤੇ ਮਜ਼ਦੂਰ ਫਸਲਾਂ ਦੇ ਖਰਾਬੇ ਕਰਕੇ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਨਹੀਂ ਹੋਣਗੇ। ਇਹ ਮੇਰਾ ਵਾਅਦਾ ਹੈ ਤੇ ਕੇਜਰੀਵਾਲ ਜੋ ਕਹਿੰਦਾ ਉਹ ਕਰਕੇ ਦਿਖਾਵੇਗਾ।
30 ਅਪ੍ਰੈਲ 2022 ਤੱਕ ਹਰੇਕ ਪ੍ਰਭਾਵਿਤ ਕਿਸਾਨ ਤੇ ਮਜ਼ਦੂਰ ਦੇ ਖਾਤੇ 'ਚ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਪਹੁੰਚੇਗਾ। ਕੇਜਰੀਵਾਲ ਨੇ ਕਿਹਾ ਕਿ ਜਦੋਂ ਕੋਈ ਕਿਸਾਨ ਖੁਦਕੁਸ਼ੀ ਕਰਦਾ ਤਾਂ ਮੈਨੂੰ ਬੇਹੱਦ ਦੁੱਖ ਹੁੰਦਾ ਹੈ। ਆਜ਼ਾਦੀ ਦੇ 70 ਸਾਲ ਬਾਅਦ ਵੀ ਕਿਸਾਨ ਖੁਦਕੁਸ਼ੀਆਂ ਕਰਨ ਵਾਸਤੇ ਮਜਬੂਰ ਹੈ ਤੇ ਕਿਸੇ ਪਾਰਟੀ ਨੂੰ ਉਹਨਾਂ ਦੀ ਮੌਤ ਦੇ ਉੱਤੇ ਕਦੇ ਦੁੱਖ ਦਿਲੀ ਤੌਰ ਤੇ ਨਹੀਂ ਹੋਇਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਆਉਂਦੇ ਆ, ਜਾਂਦੇ ਆ, ਫਿਰ ਆਉਂਦੇ ਤੇ ਫਿਰ ਜਾਂਦੇ ਆ, ਆਪਾਂ ਜਾਣਦੇ ਹਾਂ। ਪਰ ਜਿਹੜੀ ਗੱਲ ਮੈਂ ਮੁੱਢ ਦੇ ਵਿੱਚ ਕਹੀ ਆ, ਉਹ ਉਸ ਗੱਲ ਦੇ ਉੱਤੇ ਹੱਲ ਦੀ ਘੜੀ ਆਉਂਦੇ ਨਹੀਂ। ਉਹ ਪੰਜਾਬ ਦੀ ਕਿਸਾਨੀ ਦੇ ਮਸਲੇ ਹੱਲ ਕਰਦੇ ਰਹਿਣ ਜਾਂ ਮਸਲੇ ਚੁੱਕਦੇ ਰਹਿਣ, ਇਹਦੇ ਲਈ ਤਾਂ ਅਸੀਂ ਕੰਮ ਨਾ ਕਰਦੇ, ਪਰ ਮਸਲੇ ਹੱਲ ਕਰਨ ਦੇ ਲਈ ਬਜਟ ਚਾਹੀਦਾ। ਅਤੇ ਜਿਹੜੇ ਪੰਜਾਬ ਦੇ ਸਿਰ ਦੇ ਉੱਤੇ ਪੌਣੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ, ਉਹਦੇ ਮਸਲੇ ਪੈਸੇ ਨਾਲ ਹੱਲ ਹੋਣੇ, ਅਤੇ ਪੈਸੇ ਕਿੱਥੋਂ ਆਉਣਗੇ, ਵਸੀਲੇ ਕਿਹੜੇ ਅਪਣਾਏ ਜਾਣਗੇ, ਇਹਦੇ ਬਾਬਤ ਵੀ ਕੁਝ ਨਾ ਕੁਝ ਰੋਡ ਮੈਪ ਜਾਰੀ ਕਰਨਾ ਚਾਹੀਦਾ। ਉਸ ਤੋਂ ਅਗਲੀ ਗੱਲ ਇਹ ਹੈ ਕਿ ਭਗਵੰਤ ਮਾਨ ਦਾ ਚੁੱਪ ਵੱਟਣਾ ਅਤੇ ਕਿਸੇ ਹੋਰ ਚਿਹਰੇ ਦੇ ਵੱਲੋਂ ਸਰਗਰਮੀ ਨਾ ਫੜਨਾ, ਅਤੇ ਇਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਗੱਲ ਹੈ। ਪਿਛਲੇ ਦਿਨੀ ਵੀ ਮੈਂ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਮਾਲਵਾ ਖੇਤਰ ਦੇ ਕੁਝ ਵਿਧਾਇਕ ਆ ਜਿਹੜੇ, ਉਹਨਾਂ ਦੇ ਨਾਲ ਅਸੀਂ ਸੰਪਰਕ ਕੀਤਾ ਅਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਨੰਗੀ ਚਿੱਟੀ ਇਸ ਗੱਲ ਨੂੰ ਕਬੂਲ ਕਰਦੇ ਹਾਂ ਵੀ ਜੇਕਰ ਭਗਵੰਤ ਮਾਨ ਨੂੰ CM ਕੈਂਡੀਡੇਟ ਨਹੀਂ ਐਲਾਨਿਆ ਜਾਂਦਾ ਤਾਂ ਅਸੀਂ ਵੀ ਆਪੋ ਆਪਣੀ ਸੀਟ ਨਹੀਂ ਬਚਾ ਸਕਦੇ। ਸਾਨੂੰ ਚੋਣ ਤਾਂ ਅਸੀਂ ਲੜਾਂਗੇ, ਪਰ ਅਸੀਂ ਵੀ ਨਹੀਂ ਕੁਝ ਕਰ ਸਕਾਂਗੇ, ਕੋਈ ਪ੍ਰਦਰਸ਼ਨ ਵਧੀਆ ਨਹੀਂ ਕਰ ਸਕਦੇ। ਅਤੇ ਜੇਕਰ ਸਿਟਿੰਗ MLA ਦੇ ਵੱਲੋਂ, ਵਰਤਮਾਨ ਵਿਧਾਇਕ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਤਾਂ ਬਾਕੀਆਂ ਦੇ ਵੱਲੋਂ ਕਿਹੋ ਜਿਹਾ ਪ੍ਰਦਰਸ਼ਨ ਕੀਤਾ ਜਾ ਸਕੂਗਾ, ਇਹਦੇ ਬਾਬਤ ਕੁਝ ਕਹਿਣ ਦੀ, ਦੱਸਣ ਅਤੇ ਪੁੱਛਣ ਦੀ ਲੋੜ ਨਹੀਂ। ਸੋ ਆਮ ਆਦਮੀ ਪਾਰਟੀ ਜਿਹਦੇ ਤੋਂ ਪੰਜਾਬ ਦੇ ਲੋਕਾਂ ਨੂੰ ਬੇਹੱਦ ਆਸਾਂ ਸਤਾਰਾਂ ਦੇ ਵਿੱਚ ਰਹੀਆਂ, ਉਸ ਤੋਂ ਬਾਅਦ ਵੀ 2 ਸਾਲ ਤੱਕ ਰਹੀਆਂ, ਇਹ ਆਸਾਂ ਤਿੜਕਣੀਆਂ ਸ਼ੁਰੂ ਹੋਈਆਂ ਪਿਛਲੇ ਕੁਝ ਸਮੇਂ ਤੋਂ। ਇਹ ਲਗਾਤਾਰ ਤਿੜਕਦੀਆਂ ਜਾਂਦੀਆਂ, ਇਹਨਾਂ ਨੂੰ ਜੋੜਨ ਦੇ ਲਈ ਕਦੇ ਕੋਸ਼ਿਸ਼ ਨਹੀਂ ਕੀਤੀ ਗਈ ਜਾਂ ਨਾ ਮਾਤਰ ਕੀਤੀ ਗਈ ਹੈ। NRI ਭੈਣਾਂ ਵੀਰ ਵੀ ਇਸ ਵਕਤ ਆਮ ਆਦਮੀ ਪਾਰਟੀ ਦੇ ਨਾਲ ਓਨੇ ਦਿਲੀ ਤੌਰ 'ਤੇ ਨਹੀਂ ਜੁੜੇ ਜਿੰਨੇ ਕਿ ਪਹਿਲਾਂ ਜੁੜੇ ਸੀ। ਬਾਕੀ ਆਉਂਦੇ ਸਮੇਂ ਦੇ ਵਿੱਚ ਕੋਈ ਚਮਤਕਾਰ ਹੋ ਜਾਏ, ਕੁਝ ਕਹਿ ਨਹੀਂ ਸਕਦੇ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।